हिजाब पहनी एक भी लड़की के साथ ना ही कभी रेप होता है, ना ही कभी कोई उन्हें छेड़ता है, बिकॉज अल्लाह ऑलवेज प्रोटेक्ट्स अस। Are you trying to say only Allah protects? The movie succeeded in depicting what is the brainwashing system existing all over the world, not only in Kerala but all over the world. And it is succeeded in depicting what is love trap jihad is. ਕੇਰਲਾ ਸਟੋਰੀ ਅੱਜ ਕੱਲ੍ਹ ਇਹ ਹਿੰਦੀ ਫਿਲਮ ਬੜੀ ਸੁਰਖੀਆਂ ਵਿੱਚ ਹੈ। ਕਾਰਨ ਇਸ ਵਿੱਚ ਛੂਇਆ ਗਿਆ ਵਿਸ਼ਾ ਹੈ। ਭਾਰਤ ਦੀ ਕੇਰਲਾ ਸਟੇਟ ਵਿੱਚੋਂ 3-4 ਲੜਕੀਆਂ ਆਪਣੇ ਪਿਤਾ ਪੁਰਖੀ ਧਰਮ ਨੂੰ ਛੱਡ ਕੇ ਇਸਲਾਮ ਧਾਰਨ ਕਰ ISI ਵੱਲੋਂ ਲੜਨ ਜਾਣ ਉੱਤੇ ਬੇਸਡ ਹੈ ਇਹ ਫਿਲਮ। ਕਿਵੇਂ ਗੈਰ ਇਸਲਾਮੀ ਲੜਕੀਆਂ ਦਾ ਧਰਮ ਪਰਿਵਰਤਨ ਕਰਾ ਉਹਨਾਂ ਨੂੰ ਇੰਨਾ ਕੱਟੜਪੁਣੇ ਵਿੱਚ ਭਰ ਕੇ ਇਹ ਸਿਖਾ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਆਪਣੇ ਧਰਮ ਤੱਕ ਨੂੰ ਹੱਦ ਦਰਜੇ ਦੀ ਨਫ਼ਰਤ ਕਰਨ ਲੱਗ ਪੈਂਦੀਆਂ ਹਨ ਅਤੇ ISI ਲਈ ਜਾ ਕੇ ਉੱਥੇ ਸੈਕਸ ਸਲੇਵ ਬਣ ਜਾਂਦੀਆਂ ਹਨ। ਜ਼ਿੰਦਗੀ ਬਰਬਾਦ, ਸਭ ਕੁਝ ਲੁੱਟ ਲੁਟਾਉਣ ਤੇ ਹੀ ਇਹ ਆਧਾਰਿਤ ਹੈ ਫਿਲਮ। ਕਹਾਣੀ ਕਹਿੰਦੇ ਨੇ ਕਿ ਇਹ ਸੱਚ ਹੀ ਹੈ, ਪਰ ਕਾਨੂੰਨੀ ਦਿੱਕਤਾਂ ਤੋਂ ਬਚਣ ਲਈ ਕਾਲਪਨਿਕ ਪਾਤਰ ਕਹਿ ਕੇ ਬਚਾਅ ਦਾ ਰਸਤਾ ਤਿਆਰ ਰੱਖਿਆ ਗਿਆ ਹੈ। ਭਾਰਤ ਵਿੱਚ ਨਾਰੀ ਨੂੰ ਨਰਾਇਣੀ ਕਹਿ ਕੇ ਸਤਿਕਾਰਿਆ ਅਤੇ ਪੂਜਿਆ ਜਾਂਦਾ ਹੈ। ਭਾਰਤ ਦੀ ਧਰਤੀ ਤੇ ਪੈਦਾ ਹੋਏ ਲਗਭਗ ਸਾਰੇ ਹੀ ਧਰਮ, ਪੰਥ ਜਾਂ ਸੰਪਰਦਾਇ ਨਾਰੀ ਪ੍ਰਤੀ ਪੂਰਾ ਸਨਮਾਨ ਰੱਖਦੇ ਰਹੇ ਹਨ। ਇੱਕ ਸ਼ਬਦ ਲਵ ਜਿਹਾਦ ਜੋ ਕੇਰਲਾ ਹਾਈ ਕੋਰਟ ਵਿੱਚ ਸਭ ਤੋਂ ਪਹਿਲਾਂ ਵਰਤਿਆ ਗਿਆ ਸੀ, ਇਸ ਫਿਲਮ ਦਾ ਮੂਲ ਵਿਸ਼ਾ ਹੈ। ਪਿਆਰ ਬੜੀ ਪਵਿੱਤਰ ਚੀਜ਼ ਹੈ। ਇਹ ਜਾਤ ਪਾਤ ਤਾਂ ਕੀ ਧਰਮ ਦੀਆਂ ਹੱਦਾਂ ਤੱਕ ਵੀ ਨਹੀਂ ਮੰਨਦਾ। ਕਈ ਵਾਰ ਘਰੋਂ ਭੱਜ ਕੇ ਵਿਆਹ ਕਰਵਾਉਣਾ ਤੇ ਫੇਰ ਘਰ ਵਸਾਉਣਾ ਪਹਿਲਾਂ ਵੀ ਹੁੰਦਾ ਹੀ ਰਿਹਾ ਹੈ, ਪਰਿਵਾਰਾਂ ਅਤੇ ਸਮਾਜ ਦੇ ਵਿਰੋਧ ਤੋਂ ਬਾਅਦ ਵੀ। ਪਰ ਜਦੋਂ ਇਹ ਕਿਸੇ ਗਰੋਹ ਦੁਆਰਾ ਪੂਰੇ ਸਿਸਟਮੈਟਿਕਲ ਢੰਗ ਨਾਲ ਕੀਤਾ ਜਾਂਦਾ ਹੈ ਅਤੇ ਮਜ਼ਹਬੀ ਨਫ਼ਰਤ ਵਿੱਚ ਆ ਕੇ, ਤਾਂ ਇਸ ਦਾ ਵਿਰੋਧ ਹੋਣਾ ਵੀ ਸੁਭਾਵਿਕ ਹੈ। ਪਹਿਲਾਂ ਵੀ ਕਈ ਪਿਆਰ ਨਾਲ ਬਹਿਕਾਈਆਂ ਬੱਚੀਆਂ ਵਿਸ਼ਵਾਲੇ ਤੇ ਲਿਜਾ ਕੇ ਉੱਥੇ ਵੇਚ ਦਿੱਤੀਆਂ ਜਾਂਦੀਆਂ ਸਨ ਸਾਰੀ ਉਮਰ ਲਈ ਨਰਕ ਭੋਗਣ ਵਾਸਤੇ। ਪਰ ਹੁਣ ਤਾਂ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ। ਸੀਰੀਆ, ਅਫਗਾਨਿਸਤਾਨ ਵਰਗੇ ਇਸਲਾਮਿਕ ਯੁੱਧਗ੍ਰਸਤ ਦੇਸ਼ਾਂ ਵਿੱਚ ਇਹਨਾਂ ਨੂੰ ਬੜੇ ਸਾਜ਼ਿਸ਼ਨ ਢੰਗ ਨਾਲ ਧਰਮ ਪਰਿਵਰਤਨ ਕਰਾ ਕੇ ਉੱਥੇ ਭੇਜ ਦਿੱਤਾ ਜਾਂਦਾ ਹੈ, ਜਿੱਥੇ ਇਹਨਾਂ ਦਾ ਪਹਿਲਾਂ ਧਰਮ ਪਰਿਵਰਤਨ ਕਰਕੇ ਇਹਨਾਂ ਨੂੰ ਇਸਲਾਮ ਵਿੱਚ ਦਾਖਲ ਕਰਾਇਆ ਜਾਂਦਾ ਹੈ ਅਤੇ ਉੱਥੇ ਉਹਨਾਂ ਨੂੰ ਜੰਨਤ ਅਤੇ ਜਿਹਾਦ ਵਰਗੇ ਵਿਸ਼ਿਆਂ ਉੱਪਰ ਪੂਰੀ ਤਰ੍ਹਾਂ ਕਾਬੂ ਕਰਕੇ ਇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ। ਜਿੱਥੇ ਇਹਨਾਂ ਦੇਸ਼ਾਂ ਵਿੱਚ ਲਿਜਾ ਕੇ ਇਹਨਾਂ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਹੈ, ਜਿੱਥੇ ਇਹ ਦੇਹ ਸ਼ੋਸ਼ਣ ਦਾ ਸ਼ਿਕਾਰ ਬਣਦੀਆਂ ਹਨ, ਉੱਥੇ ਇਹ ਮਰ ਮੁੱਕ ਜਾਂਦੀਆਂ ਹਨ ਜਾਂ ਨਰਕ ਦੀ ਜ਼ਿੰਦਗੀ ਭੋਗਣ ਲਈ ਬਾਕੀ ਸਮਾਂ ਉੱਥੇ ਹੀ ਬਤੀਤ ਕਰਦੀਆਂ ਹਨ। ਹਿੰਦੂ ਧਰਮ ਵਿੱਚੋਂ ਕਨਵਰਟ ਹੋ ਕੇ ਇਸਲਾਮ ਵਿੱਚ ਗਈ, ਪ੍ਰੇਮ ਵਿਵਾਹ ਕਰਕੇ ਅਫਗਾਨਿਸਤਾਨ ਵਿੱਚ ਜਾ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਚੁੱਕੀ ਹੈ ਇਹ ਬੱਚੀ। ਫਿਲਮ ਤੇ ਬੜਾ ਸ਼ੋਰ ਮਚਿਆ, ਸਭ ਝੂਠ ਹੈ ਕਹਿ ਕੇ ਲਵ ਜਿਹਾਦ ਦਾ ਸਮਰਥਨ ਕੀਤਾ ਗਿਆ। ਬਹੁਤ ਸਾਰੀਆਂ ਸ਼ਕਤੀਆਂ ਅਤੇ ਮੀਡੀਆ ਵੀ ਇਸ ਦੇ ਹੱਕ ਵਿੱਚ ਖੜਾ ਹੋ ਗਿਆ। ਫਿਲਮ ਦੇ ਪ੍ਰੋਡਿਊਸਰਾਂ ਡਾਇਰੈਕਟਰਾਂ ਵੱਲੋਂ ਇਸ ਦਾ ਬੜਾ ਹੀ ਸੱਭਿਅਕ ਅਤੇ ਸਹੀ ਜਵਾਬ ਦਿੱਤਾ ਗਿਆ। ਪ੍ਰੋਡਿਊਸਰ ਡਾਇਰੈਕਟਰ ਨੇ ਲਗਭਗ 26 ਦੇ ਕਰੀਬ ਇਹੋ ਜਿਹੀਆਂ ਲੜਕੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਅਤੇ ਦੱਸਿਆ ਕਿ ਫਿਲਮ ਵਿੱਚ ਜੋ ਕੁਝ ਦਿਖਾਇਆ ਗਿਆ ਹੈ ਇਹਨਾਂ ਉੱਪਰ ਹੀ ਆਧਾਰਿਤ ਹੈ ਅਤੇ ਇੰਜ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਤਗੜਾ ਜਵਾਬ ਦਿੱਤਾ ਗਿਆ। ਆਜੋ ਉਹਨਾਂ ਵਿੱਚੋਂ ਕੁਝ ਨੂੰ ਸੁਣਦੇ ਹਾਂ। Shruti wants to say something. The movie succeeded in depicting what is the brainwashing system existing all over the world, not only in Kerala but all over the world. And it is succeeded in depicting what is love trap jihad is. And the movie got succeeded in depicting what the recruiting system existing in our country, which is recruiting the people towards ISIS like terrorism groups. And the movie got success in showing what the problem is and where the solution is. Problem क्या था? शालिनी उन्नीकृष्णन का और गीतांजलि का प्रॉब्लम धर्म सिखाए गए नहीं है और चरित्र के बारे में कुछ भी नहीं सिखाए गए हैं। They were not knowing what is happening in and around of both, and they could easily become prey to
what the antagonist character was trying. And solution also said in the same movie also. So we all, as representatives of victim of all types of jihad, are thanking Vipul ji, Sudipto ji and all the team, Ada ji and all. Thank you to you, showing how those people could brainwash us, how they could inject poisonous ideologies in our brain. And thank you to showing what was our situation when we got brainwashed. Thank you all. जिन लड़कियों ने ये फिल्म बनाने के लिए हमें मजबूर किया था वो संख्या में तो बहुत है। आज कुछ हमारी बहन इधर आई हुई है, आपसे मुलाकात होगी। मैं सिर्फ एक छोटा सा इंसिडेंस बता दूं, जो बिना बताए इस फिल्म की जड़ कहाँ है वो आप लोगों को समझ में नहीं आएगा। यहाँ पे आपके साथ मुलाकात होगी श्रुति की, चित्रा की, अथिरा की। मैं जब पहले बार श्रुति चित्रा से मिलने गए थे, एर्नाकुलम शहर से थोड़े दूर एक छोटा सा जगह पे उनकी घर था। उस घर में बिजली नहीं थी क्योंकि बिजली काट दिया गया था। और ये लोग जब खाना बनाने के लिए सब्जी लेके आते थे, उनकी बैग छीन लिया जाता था। रात भर बिना खाए, बिना बिजली की ये लोग दिन बिताते थे। जब मैं इंटरव्यू करने गया था, ये 2015-2016 की बात है, दो दरवाजा की जो पार्ट है, इतना सा स्पेस था जिनमें से लाइट आ रहा था। उसी लाइट में मैंने इन लड़कियों की इंटरव्यू किया था। तो आप समझ सकते हैं कि इनकी इमोशन की, इनकी खुलेपन की, इनकी आजादी की जिस तरह लोगों ने मिसयूज किए और उनको इस मुकाम में खड़ा कर दिए थे, वही था हमारी इस फिल्म बनाने की इंस्पिरेशन। जैसा हमारे एक्सपीरियंस में सिंस 1999 टिल डेट वी हैव बीन सक्सेसफul in bringing back more than 7,000 people, but that doesn't mean that the number is only 7,000. In the recent past 1 year itself, we have had at least 4 cases of radicalization of young boys aged about 15 to 17, two from the US and 2 from UK, and we have been able to bring them back completely, and now they are fully following Sanatana Dharma. So let's not go by numbers. If you actually want to know the numbers, it's much higher. It's going to be much higher than 32,000. जिस लड़की की कहानी शालिनी, वो अफगानिस्तान की जेल में है। केरला 2 एग्जिस्ट करता है। एक केरला जो पिक्चर पोस्टकार्ड जैसे है, बैक वाटर, खूबसूरत लैंडस्केप, कलाड़ीपट्टुम, डांस, मार्शल आर्ट, हाथी क्या नहीं, मतलब सब कुछ दिखता है जो दुनिया भर में जानते हैं। और एक केरला जो बसता है ना, जो नॉर्थर्न पार्ट ऑफ केरला है, मल्लापुरम, कासरगोड, कोयिकोड, जो साउथ कर्नाटका की मैंगलोर के साथ जुड़ते हैं, इंक्लूडिंग मैंगलोर। ये एक टेरर नेटवर्क की हब है। यहां से जितनी कहानियां आपको सुनेंगे, जितना जानने का पाएंगे, ये तब आपको पता चलेगा कि हाईएस्ट लिटरेसी रेट इन द ह्यूमन इंडेक्स, द वुमेन हेल्थ, चाइल्ड हेल्थ की टॉप में रहने वाले एक स्टेट में अंडर द कारपेट क्या हुए जा रहा है। गो टू केरला, गो टू कासरगोड, गो टू कोयिकोड, वहां से रिपोर्ट करिए तो पता चलेगा कि इस कहानी की सच्चाई कहां छुपी हुई है। एक और आपको बात मैं बताना चाहता हूं। CNN इंटरनेशनल की एक डॉक्यूमेंट्री है जहां पे केरल के कुछ गांव में शरिया लॉ एग्जिस्ट करता है। उसकी पूरी डॉक्यूमेंट्री है, आपको वो डॉक्यूमेंट्री जरूर देखनी चाहिए। और ये वो पढ़े लिखे 100% लिटरेसी रेट वाले स्टेट की हम बात कर रहे हैं, जहां पे गांव के गांव शरिया लॉ से चलते हैं। और CNN के उन जर्नलिस्टों को
कितना ऑपोजिशन उस गांव में, वो सब डॉक्यूमेंट्री में उन्होंने दिखाया है. तो देयर इज अ लॉट ऑफ मटेरियल आउट देयर, हम सिर्फ देखना नहीं चाह रहे हैं. The most recent is that of a news disclosed by the Chief Minister of Kerala, Shri Pinarayi Vijayan himself. It was about Praju, who converted as Muhammad Amin. This is a news from Balusheri. I am just quoting the news. Praju's wife, a native of Balusheri, learnt about the whereabouts of her husband who fled 8 years ago after Chief Minister Pinarayi Vijayan's statement in a press conference. Pinarayi Vijayan, who was speaking in the context of narcotic jihad, had revealed that Praju, a resident of Turutyad Balusheri, was included in the list of Malayalis who joined the IS. Praju, Muhammad Amin, who is also accused in the Kinalur Mangayam Amina Umma murder case, fled the country after causing a huge financial burden on his wife and family. The wife says that it is no surprise that he has joined a terrorist organization because he would do anything for money. He has married 4 times. Praju converted to Islam 3 years before marrying her. The young woman revealed that the man who had strong religious beliefs had forced her, a Sunni believer, to be radical in her beliefs and told her that if she did so, she would get money as she wished. In 2009, Amina Umma, an elderly woman, was murdered while living alone in her house in Mangayam, Variamala. Due to lack of evidence, the court acquitted Praju and another accused, that is in the murder case, due to lack of evidence. This was mentioned by the Chief Minister of Kerala himself. ਕੇਰਲਾ ਸਟੋਰੀ ਸ਼ਾਇਦ ਕੰਟਰਾਵਰਸ਼ਲ ਤਾਂ ਹੈ, ਪਰ ਸੱਚ ਜਾਣਨ ਲਈ ਇਹ ਵੇਖਣੀ ਜ਼ਰੂਰ ਚਾਹੀਦੀ ਹੈ। ਕਿਵੇਂ ਜਿਹਾਦੀ ਮਾਈਂਡਸੈਟ ਵਾਲੇ ਮਰਦ ਹੀ ਨਹੀਂ, ਔਰਤਾਂ ਵੀ ਇਸ ਵਿੱਚ ਸ਼ਾਮਲ ਹੁੰਦੀਆਂ ਹਨ। हिजाब पहनी एक भी लड़की के साथ ना ही कभी रेप होता है, ना ही कभी कोई उन्हें छेड़ता है, बिकॉज अल्लाह ऑलवेज प्रोटेक्ट्स अस. Are you trying to say only Allah protects? ਇਸ ਸਿਸਟਮ ਨੂੰ ਸਮਝਣ ਲਈ ਇਹ ਫਿਲਮ ਦੇਖਣੀ ਜ਼ਰੂਰ ਚਾਹੀਦੀ ਹੈ। ਪਿੱਛੇ ਜਿਹੇ ਕਸ਼ਮੀਰ ਵਿੱਚ ਇੱਕ 18 ਸਾਲ ਦੀ ਸਿੱਖ ਕੁੜੀ ਨੂੰ 54 ਸਾਲ ਦੇ ਪਹਿਲੇ ਤੋਂ 2 ਵਿਆਹ ਕੀਤੇ ਵਿਅਕਤੀ, ਜਿਹਾਦੀ ਮਾਨਸਿਕਤਾ ਵਾਲੇ ਵਿਅਕਤੀ ਵੱਲੋਂ ਧਰਮ ਪਰਿਵਰਤਨ ਕਰਾ ਨਿਕਾਹ ਦਾ ਮਾਮਲਾ ਸਾਹਮਣੇ ਆਇਆ ਸੀ। ਸਿੱਖ ਸਮਾਜ ਅਤੇ ਖਾਸ ਕਰ ਦਿੱਲੀ ਦੀ ਸੰਗਤ ਨੇ ਕਦਮ ਵਧਾਉਂਦੇ ਹੋਏ ਇਸ ਮਾਮਲੇ ਵਿੱਚ ਬੱਚੀ ਦਾ ਬਚਾਅ ਕੀਤਾ ਅਤੇ ਉਸ ਨੂੰ ਵਾਪਸ ਆਪਣੇ ਧਰਮ ਵਿੱਚ ਲਿਆ ਕੇ ਇੱਕ ਸਿੱਖ ਯੁਵਕ ਨਾਲ ਉਸ ਦਾ ਵਿਆਹ ਕਰਵਾਇਆ। ਪਾਕਿਸਤਾਨ ਵਿੱਚ 2-3 ਸਾਲ ਪਹਿਲਾਂ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਨਾਬਾਲਗ ਧੀ ਨਾਲ ਜੋ ਹੋਇਆ ਉਹ ਸਭ ਦੇ ਦਿਲਾਂ ਨੂੰ ਦਿਖਾਉਣ ਵਾਲਾ ਸੀ। ਨਨਕਾਣਾ ਸਾਹਿਬ ਤੇ ਪਥਰਾ ਤੱਕ ਹੋਇਆ ਸੀ, ਸਭ ਨੂੰ ਪਤਾ ਹੈ। मर्जी से जो है ना इस्लाम कबूल किया है। हाँ। मैं उन्हें ये कहना चाहती हूँ मुझे तंग ना करें, मैं इनके साथ खुश रहना चाहती हूँ, मुझे खुश रहने दें। कुछ नहीं कर सकते और रोते हैं बस, और क्या करते हैं, माँ रोती है, मैं रोता हूँ, रीना और रोहिणी को बहुत याद करते हैं हम। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜਦੋਂ ਤੱਕ ਉਹਨਾਂ ਦੇ ਆਪਣੇ ਘਰ ਨੂੰ ਅੱਗ ਨਹੀਂ ਲੱਗਦੀ ਉਹ ਇਸ ਨੂੰ ਮਜ਼ਾਕ ਹੀ ਸਮਝਦੇ ਹਨ ਅਤੇ ਕੋਈ ਚਿੰਤਾ ਨਹੀਂ ਕਹਿ ਕੇ ਇਸ ਤੋਂ ਹੱਥ ਪੱਲਾ ਝਾੜਦੇ ਹਨ। ਫਿਲਮ ਜਿਹਾਦੀ ਮਾਨਸਿਕਤਾ ਨੂੰ ਸਮਝਣ ਲਈ ਅਤੇ ਉਸ ਤੋਂ ਬਚਣ ਲਈ ਸਹਾਇਕ ਹੋ ਸਕਦੀ ਹੈ। ਕੋੜੇ ਸੱਚਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਦੇਖਣ ਅਤੇ ਸਮਝਣ ਲਈ ਇਹ ਫਿਲਮ ਦੇਖਣੀ ਜ਼ਰੂਰ ਚਾਹੀਦੀ ਹੈ। ਜੋ ਸੱਚ ਸੁਣ ਨਹੀਂ ਸਕਦੇ ਉਹ ਦੇਖਣਗੇ ਕਿ ਸਮਝਣਾ ਤਾਂ ਦੂਰ ਦੀ ਗੱਲ ਹੈ। ਕੇਰਲਾ ਵਰਗੀ ਸਟੇਟ ਜਿੱਥੇ ਇੰਡੀਆ ਦਾ ਸਭ ਤੋਂ ਵੱਧ ਲਿਟਰੇਸੀ ਰੇਟ ਹੈ ਉੱਥੇ ਇਹੋ ਜਿਹੀਆਂ ਘਟਨਾਵਾਂ ਝੰਜੋੜਨ ਵਾਲੀਆਂ ਹਨ। ਉਹਨਾਂ ਦਾ ਬ੍ਰੇਨ ਵਾਸ਼ ਹੁੰਦਾ ਹੈ ਅਤੇ ਕਿਵੇਂ ਹੁੰਦਾ ਹੈ, ਕਿਵੇਂ ਸਿਸਟਮ ਕੰਮ ਕਰਦਾ ਹੈ ਜਹਾਦੀਆਂ ਦਾ ਅਤੇ ਉਹਨਾਂ ਦੀ ਮਾਨਸਿਕਤਾ ਦਾ, ਇਹ ਫਿਲਮ ਦੇਖ ਕੇ ਹੀ ਪਤਾ ਚੱਲਦਾ ਹੈ। ਕਿਵੇਂ ਕਨਵਰਸ਼ਨ ਦਾ ਖੇਡ ਚੱਲਦਾ ਹੈ ਪੂਰੇ ਸਿਸਟਮੈਟਿਕ ਢੰਗ ਨਾਲ, ਉਸ ਨੂੰ ਸਮਝਣ ਲਈ ਇਹ ਫਿਲਮ ਬਹੁਤ ਸਹਾਇਕ ਹੋ ਸਕਦੀ ਹੈ। ਫਿਲਮ ਦਾ ਹਿੱਟ ਹੋਣਾ ਜਾਂ ਸਧਾਰਨ ਪ੍ਰਦਰਸ਼ਨ ਕਰਨਾ ਫਿਲਮ ਦੇ ਡਾਇਰੈਕਟਰ, ਪ੍ਰੋਡਿਊਸਰ ਵਗੈਰਾ ਤੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਰੱਖਦਾ ਹੋਵੇਗਾ, ਪਰ ਆਮ ਲੋਕਾਂ ਨੂੰ ਇਸ ਤੋਂ ਉੱਪਰ ਉੱਠਦੇ ਹੋਏ ਇਹ ਜਾਣਨ ਲਈ ਦੇਖਣੀ ਚਾਹੀਦੀ ਹੈ ਫਿਲਮ ਕਿ ਇਸ ਵਿੱਚ ਜੋ ਵਿਸ਼ਾ ਛੂਹਿਆ ਗਿਆ ਹੈ ਉਹ ਸਾਡੇ ਆਲੇ ਦੁਆਲੇ ਵਾਪਰਤਾ ਰਿਹਾ ਹੈ, ਉਸ ਦੀ ਸੱਚਾਈ ਕੀ ਹੈ। ਇਹ ਸੱਚਾਈ ਫਿਲਮ ਵਿੱਚ ਵੇਖ ਕੇ ਤੁਹਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ। ਅੰਤ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰੋ। ਧੰਨਵਾਦ।